ज्ञान है माणिक भगत वैराग। श्री गुरु ग्रंथ साहिब उदद बंदों कर अनुराग। एकंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु जी का खालसा वाहिगुरु जी की फतेह। जाहर जहूर हाजिर हजूर सर्व कला भरपूर। दसां पातशाहियां दी जोत धन श्री गुरु ग्रंथ साहिब जी महाराज सतगुरां दी अपर अपार किरपा रहमत दा सदका जगत गुरु धन धन श्री गुरु नानक देव साहिब जी महाराज सतगुरां दे पावन पवित्र सचखंड दरबार गुरुद्वारा श्री बेर साहिब जी विखे सजे हुए सुंदर दीवान दी हाजरी भर रही गुरु की साजी नवाजी हुई साध संगत जीओ। महाराज साहब जी ने कृपा की है अपने अमृतमयी दर्शन बख्शिश कीते सत संगत का अमोलक सुभागा समा बख्शिश किया है। अज साध संगत जी श्री अकाल तख्त साहिब जी का सिरजना दिवस है। अज दे दिन अज तो 414 साल पहला मीरी पीरी दे मालक देख देख दे धनी बली बहादुर सतगुरु छेवें पातशाह धन धन श्री गुरु हरगोबिंद साहब महाराज जी ने बिक्रमी संमत 1665 ईसवी सन 1608 ਨੂੰ श्री अकाल तख्त साहिब की सिरजना की। जदों छेवें पातशाह श्री गुरु हरगोबिंद साहब महाराज जी की शरीर कारबला 13 वरियां दी सी। साध संगत जी 13 सालां दी उम्र दे विच जदों 2 साल हो चुके सन महाराज साहब जी नूं गुरता गद्दी दे तख्त ते सोभनीक होया तां ब्रह्म ग्यानी बाबा बुढ़ा साहब जी नूं नाल लैके भाई गुरदास साहब जी नूं नाल लैके महाराज साहब जी ने ये श्री अकाल बंगा साहब की रचना की। इतिहास विच जिक्र आया है कि किसी मिस्त्री नूं नहीं लाया किसी मजदूर नूं नहीं लाया। जो श्री अकाल तख्त साहिब जी का यह पावन तख्त है ये छेवें पातशाह ने आप सिरजिया ते बाबा बुढ़ा साहब ते भाई गुरदास साहब जी नूं नाल लिया। किसी मजूर ना हाथ लगायो बुढ़े और गुरदास बनायो।
ਸੋ ਐਸਾ ਜ਼ਿਕਰ ਹੈ ਸਾਡੇ ਇਤਿਹਾਸ ਦੇ ਵਿੱਚ। ਤਾਂ ਮਹਾਰਾਜ ਸਾਹਿਬ ਜੀ ਨੇ ਤਖਤ ਦੀ ਸਿਰਜਣਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਐ ਸਾਹਮਣੇ ਇਸ ਦਾ ਨਾਮ ਰੱਖਿਆ ਅਕਾਲ ਤਖਤ। ਇਹ ਅਕਾਲ ਦਾ ਤਖਤ ਹੈ, ਵਾਹਿਗੁਰੂ ਦਾ ਤਖਤ ਹੈ, ਜਿਸ ਦੇ ਉੱਤੇ ਨਾ ਸਮੇਂ ਦਾ ਪ੍ਰਭਾਵ ਹੈ ਨਾ ਮੌਤ ਦਾ ਪ੍ਰਭਾਵ ਹੈ। ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਇਹ ਤਖਤ ਹੈ। ਔਰ ਗਰੀਬ ਨਵਾਜ ਸਾਹਿਬ ਜੀ ਨੇ ਜਿੱਥੇ ਗੁਰਿਆਈ ਦੇ ਤਖਤ ਤੇ ਸੋਭਨੀਕ ਹੁੰਦਿਆਂ 11 ਸਾਲ ਦੀ ਉਮਰ ਦੇ ਵਿੱਚ ਜਦੋਂ ਮਹਾਰਾਜ ਸਾਹਿਬ ਜੀ ਨੂੰ ਸੰਗਤ ਦੇ ਵਿੱਚ ਗੁਰਿਆਈ ਦੀ ਮਰਿਆਦਾ ਪੂਰੀ ਕੀਤੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਭਾਵੇਂ ਗੁਰਿਆਈ ਪੰਚਮ ਪਾਤਸ਼ਾਹ ਜੀ ਲਾਹੌਰ ਜਾਣ ਤੋਂ ਪਹਿਲਾਂ ਆਪ ਜੀ ਨੂੰ ਦੇ ਕਰਕੇ ਜਾਂਦੇ ਹਨ ਸ੍ਰੀ ਕੋਠਾ ਸਾਹਿਬ ਦੇ ਵਿੱਚ, ਉਦੋਂ ਵੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ 5 ਪੈਸੇ ਨਾਲੀਅਰ ਲੈ ਕਰਕੇ ਗੁਰਿਆਈ ਦੀ ਮਰਿਆਦਾ ਕਰ ਜਾਂਦੇ ਹਨ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਦਿੰਦੇ ਆ ਕਿ ਸਾਡੀ ਸ਼ਹਾਦਤ ਤੋਂ ਬਾਅਦ ਸੰਗਤ ਦੇ ਵਿੱਚ ਸਾਰੀ ਮਰਿਆਦਾ ਕਰਨੀ। ਜਦੋਂ ਸ੍ਰੀ ਸਹਿਜ ਪਾਠ ਆਰੰਭ ਹੋ ਕੇ ਸ੍ਰੀ ਸਹਿਜ ਪਾਠ ਦੇ ਭੋਗ ਸੰਪੂਰਨ ਹੁੰਦੇ ਆ ਤੇ ਫਿਰ ਮਹਾਰਾਜ ਸਾਹਿਬ ਜੀ ਨੂੰ ਸੰਗਤ ਦੇ ਵਿੱਚ ਗੁਰਿਆਈ ਦੇ ਤਖਤ ਤੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਲਾਉਂਦੇ ਆ। ਜੋ ਗੁਰੂ ਘਰ ਦੀ ਮਰਿਆਦਾ ਸੀ, ਸੇਲੀ ਤੇ ਮਾਲਾ, ਉਹ ਲੈ ਕੇ ਆਉਂਦੇ ਆ 6ਵੇਂ ਪਾਤਸ਼ਾਹ ਜੀ ਨੂੰ ਪਹਿਨਾਉਣ ਵਾਸਤੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਦੋਂ 11 ਸਾਲ ਦੀ ਉਮਰ ਸੀ ਜਦੋਂ ਗੁਰਤਾ ਗੱਦੀ ਦੇ ਤਖਤ ਤੇ ਬੈਠੇ। ਇਹ 1663 ਵਿਕਰਮੀ ਸੰਮਤ ਜਦੋਂ ਪੰਚਮ ਪਾਤਸ਼ਾਹੀ ਦੀ ਸ਼ਹਾਦਤ ਹੋਈ ਹੈ ਤੇ 1606 ਈਸਵੀ ਸਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ 2 ਸਾਲ ਪਹਿਲਾਂ ਗੁਰਿਆਈ ਦੇ ਤਖਤ ਤੇ ਮਹਾਰਾਜ ਸੋਭਨੀਕ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ ਕਿ ਬਾਬਾ ਜੀ ਹੁਣ ਇਹ ਸੇਲੀ ਨਹੀਂ ਪਹਿਨਣੀ, ਹੁਣ ਇਹ ਅਸੀਂ ਸਤਿਕਾਰ ਕਰਦੇ ਹਾਂ ਸੇਲੀ ਦਾ ਤੇ ਮਾਲਾ ਦਾ। ਇਹਨਾਂ ਨੂੰ ਅਦਬ ਦੇ ਨਾਲ ਸਤਿਕਾਰ ਦੇ ਨਾਲ ਤੋਸ਼ੇਖਾਨੇ ਵਿੱਚ ਰੱਖ ਆਓ ਤੇ 2 ਤੇਗਾਂ ਲੈ ਕੇ ਆਓ, 2 ਸ੍ਰੀ ਸਾਹਿਬਾਂ ਲੈ ਕਰਕੇ ਆਓ ਤੇ ਸਾਨੂੰ ਪਹਿਨਾਓ। ਤਾਂ ਫਿਰ ਮਹਾਰਾਜ ਸਾਹਿਬ ਜੀ ਨੂੰ 2 ਸ੍ਰੀ ਸਾਹਿਬਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ। ਮਹਾਰਾਜ ਸਾਹਿਬ ਜੀ ਨੇ ਸੱਜੇ ਤੇ ਖੱਬੇ 2 ਸ੍ਰੀ ਸਾਹਿਬਾਂ ਪਹਿਨੀਆਂ ਤੇ ਗਰੀਬ ਨਵਾਜ ਸਾਹਿਬ ਜੀ ਨੇ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਪੀਰੀ ਤਾਂ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਸੀ ਸਾਧ ਸੰਗਤ। ਪੀਰੀ ਨਾਮ ਹੈ ਸੰਤਗਿਰੀ ਦਾ, ਪੀਰੀ ਨਾਮ ਹੈ ਭਾਉ ਭਗਤੀ ਦਾ, ਗਿਆਨ ਦਾ। ਪੀਰੀ ਜੋ ਮਹਾਰਾਜ ਸਾਹਿਬ ਜੀ ਨੇ ਪੀਰ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਾ 5 ਪਿਆਲੇ 5 ਪੀਰ, 5 ਗੁਣਾਂ ਦੇ ਪਿਆਲੇ, 7 ਸੰਤੋਖ ਦਇਆ ਧਰਮ ਧੀਰਜ, 5 ਪੀਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਤੇ 5ਵੇਂ ਪਾਤਸ਼ਾਹ ਤੀਕ। ਪੀਰ ਕਹਿ ਲਈਏ, ਗੁਰੂ ਕਹਿ ਲਈਏ, ਇੱਕੋ ਹੀ ਅਰਥ ਬਣਦਾ ਹੈ ਸਾਧ ਸੰਗਤ। ਜਿਵੇਂ ਜਾਹਰ ਪੀਰ ਜਗਤ ਗੁਰ ਬਾਬਾ, 5 ਪਿਆਲੇ 5 ਪੀਰ। ਪੀਰੀ ਤਾਂ ਪਹਿਲਾਂ ਹੀ ਹੈ ਗੁਰੂ ਘਰ ਦੇ ਵਿੱਚ, ਰੂਹਾਨੀ ਤਾਕਤ, ਸਿਮਰਨ ਦੀ ਤਾਕਤ, ਸੰਤਪੁਣਾ, ਭਾਉ ਭਗਤੀ, ਨਿਮਰਤਾ। ਪਰ ਹੁਣ ਇਹ ਸੰਤਪੁਣੇ ਦੇ ਨਾਲ ਨਾਲ ਮਹਾਰਾਜ ਕਹਿੰਦੇ ਸਿਪਾਹੀਪੁਣਾ ਵੀ ਚਾਹੀਦਾ। ਇਹ ਪੀਰੀ ਦੇ ਨਾਲ ਹੁਣ ਮੀਰੀ ਵੀ ਚਾਹੀਦੀ ਹੈ। ਪੀਰੀ ਜਿਹੜੀ ਹੈ ਉਹ ਰੂਹਾਨੀ ਰਾਜ ਹੈ ਤੇ ਜਿਹੜਾ ਮੀਰੀ ਹੈ ਇਹ ਸੰਸਾਰੀ ਰਾਜ ਭਾਗ ਵੀ ਚਾਹੀਦਾ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਮੀਰੀ ਤੇ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਨੀਆਂ ਤਾਂ ਸਿੱਖਾਂ ਨੂੰ ਹੀ ਸ਼ਸਤਰਧਾਰੀ ਬਣਾਇਆ ਤੇ ਆਖਿਆ ਵੀ ਘੋੜੇ ਭੇਟ ਕਰੋ, ਸ਼ਸਤਰ ਭੇਟ ਕਰੋ, ਜਵਾਨੀਆਂ ਭੇਟ ਕਰੋ, ਅਸੀਂ ਫੌਜ ਤਿਆਰ ਕਰਨੀ ਹੈ। ਮਹਾਰਾਜ ਨੇ ਫੌਜ ਤਿਆਰ ਕੀਤੀ। ਆਖਿਆ ਗਿਆਨ ਦਾ, ਭਗਤੀ ਦਾ ਤੇ ਪ੍ਰਚਾਰ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਹੈ, ਪਰ ਹੁਣ ਸ਼ਕਤੀ ਦਾ ਪ੍ਰਚਾਰ ਵੀ ਹੋਵੇਗਾ। ਹੁਣ ਸੰਤਪੁਣੇ ਦੇ ਨਾਲ ਨਾਲ ਸਿੱਖਾਂ ਨੂੰ ਸਿਪਾਹੀ ਵੀ ਬਣਾਵਾਂਗੇ, ਘੋੜ ਸਵਾਰ ਤੇ ਹਥਿਆਰਬੰਦ ਵੀ ਕਰਾਂਗੇ। ਮਹਾਰਾਜ ਨੇ ਫੌਜ ਤਿਆਰ ਕੀਤੀ ਔਰ ਇਹ ਮੀਰੀ ਪੀਰੀ ਦਾ ਸਿਧਾਂਤ ਮਹਾਰਾਜ ਸਾਹਿਬ ਜੀ ਨੇ ਕਾਇਮ ਕੀਤਾ ਸਾਧ ਸੰਗਤ। ਤੇ ਸਤਿਗੁਰੂ ਜੀ ਨੇ ਫਿਰ ਗੁਰਿਆਈ ਤੋਂ 2 ਸਾਲ ਬਾਅਦ, ਗੁਰਿਆਈ ਤੇ ਸੋਭਨੀਕ ਹੋਣ ਤੋਂ ਅੱਜ ਦੇ ਦਿਨ 1608 ਈਸਵੀ ਸਨ ਨੂੰ 1665 ਵਿਕਰਮੀ ਸੰਮਤ ਨੂੰ
जदों 13 साल की महाराज की शरीर कारबला है तो श्री अकाल तख्त साहब की सिरजना की। महाराज कहन लगे कि अकाल का तख्त है। फिर उस तख्त ते सोभनीक होए महाराज बैठे 6वें पातशाह ते गरीब नवाज साहब जी ने बाबा बिधि चंद साहब जी ने आग्ञा की तुसीं ढाडी लै करके आओ। सुर सिंह नगर दे विचों ढाडी लिआंदे गए। ढाडी अब्दुल्ला ते नथमल, अब्दुल भी नाम लिखिया। सो ये दोवें ढाडी आए तो उन्होंने फिर ढाडी वारां श्री अकाल तख्त साहब गाइयां। 6वें पातशाह की महिमा की वार गाई सब तो पहला। फिर गुरु साहब जी की आग्ञा के नाल होर सूरबीरां दियां बहादरां दियां वारां हर रोज़ ही गाया करदे। तो सतगुरु हरगोबिंद साहब महाराज साहब जी ने ये साध संगत जी आप फिर इत्थे फैसले कीते। सतगुरु साहब जी ने यह राज भाग कायम किया ते गुरु साहब जी के इस पवित्र तख्त के उत्ते श्री अकाल तख्त साहब ते समय समय के नाल साध संगत जी फिर फैसले हुंदे रहे। कदी मिसलों के समय भी एक ब्राह्मण ने आके उंज ते इतिहास भरिया पे एक अद्धे दिन की गल तो है नहीं है, इन्ने फैसले श्री अकाल तख्त साहब ते होए। वो ब्राह्मण ने आकर के बेनती की कि महाराज गुरु के खालसा जी मेरे घर वाली नूं कसूर दे हाकम चुक करके ले गए जरवाने ते मैं श्री अकाल तख्त साहब की शरण में आया। उस वेले हाले ਸਿੰਘਾਂ ने तो कोई फैसला करना सी, 5 ਸਿੰਘਾਂ ने, पर भंगी मिसल दे सरदार हरी सिंह जी भंगी उन्होंने पहला ही वचन कर दिता। कहन लगे ब्राह्मणा खालसा जाएगा तो तेरे घर वाली नूं छुड़ा के लियावेगा, ब्राह्मणी नूं लैके आवांगे असीं छुड़ा के। नाल दे ਸਿੰਘਾਂ ने कईयां ने आख्या भी कहन लगे भी सरदार हरी सिंह जी तुसीं बाकी ਸਿੰਘਾਂ ਨਾਲ सलाह नहीं की, आप ही कहिंदे अकाल तख्त साहब की शरण में आया वा, इस करके सानू भावें शहीदियां भी पाउणियां पैण इहदे घर वाली नूं असीं छुड़ा के लियावांगे। फिर सरदार हरी सिंह जी गए सी ते दिन दे समय भावें उत्थे कई दरवाजे सी पर दिन दे 12 बजे जा करके हमला करके ते फिर वो ब्राह्मण दे पंडित दे घर वाली नूं छुड़ा करके लिया के उहदे घरे पहुँचाया। इस तरह के कई फैसले उत्थे होए। बाबा फूला सिंह जी अकाली उन्होंने श्री अकाल तख्त साहब की शोभा नूं 4 चन्न लाए, क्योंकि गुरु के तख्त तो महान ही आ, गुरु के स्थान ते महान ही आ, पर गुरु के इस महान स्थानां ते जदों महान पवित्र जीवन वाले सिंह सेवा करते हैं ना तो फिर होर महानता साध संगत जी वधदी है, क्योंकि गुरु साहब जी की महानता के नाल ही सिख की महानता है ते सिख की महानता के नाल सिख की शोभा के नाल सिख के उच्चे सुच्चे जीवन नाल ही गुरु साहब जी के साध संगत जी सिद्धांत की शोभा हुंदी है। जदों बाबा फूला सिंह जी अकाली सेवादार श्री अकाल तख्त साहब के कौम के जथेदार, पर तख्त का तो वह भी सेवादार ही हुंदा है ना, जो तख्त के जथेदार आ तख्त साहब नूं उन्हें भी नमस्कार करनी हुंदी, तख्त के वह भी झाड़ू बरदार ही है, तख्त के सेवादार। फिर उत्थे ऐसे ऐसे फैसले बाबा फूला सिंह अकाली जी ने लए ते महाराजा रणजीत सिंह नूं भी सामने खिलार लैंदे सी, जदों कोई गलती हुंदी सी ढिल मठ हुंदी ते फैसला कर देंदे सी, कहिंदे भी इन्हां दी देग दी अरदास नहीं करनी सचखंड हरमंदर साहिब दे विच। रोज़ अरदास हुंदी सी, बाबा फूला सिंह अकाली ने रोक दित्ती सी ते सारे ਸਿੰਘਾਂ ਨੂੰ हुक्म भी कर दिता ਸੀ भी रणजीत सिंह नूं कोई फतेह ना बुलावे सिंह। अगे रोज़ जदों आउंदे सी दरबार साहिब ते सारे फतेह बुलाउंदे सी भी महाराजा साहब आए, पर जिस वेले अकाल तख्त साहब के जथेदार का हुक्म होया फिर किसी ने फतेह ना बुलाई, ने कहा भी अज की हो गया, कोई भी फतेह नहीं बुलाउंदा। अरदास विच शामिल होए, अरदास भी नहीं होई महाराजा रणजीत सिंह के नाम। पहला तो ख्याल किया भी कोई नहीं महाराजे इस तरह कर ही लेंदे हुंदे थोड़ी बहुती गलबात, जदों जथेदार ने इस तरह फिर सकंजा कस्या ना तो फिर आना पिया। फिर आ करके आखिया भी ये गलती की आ, भुल की, इस करके आ इमली के बूटे के नाल हथ पा करके ते नंगे पिंडे खलोना पवेगा ते कोरड़े मारांगा मैं। वेखो किन्नी जुरत सी वो बाबे दे विच, बाबा फूला सिंह अकाली दे विच। तां उन्हां आख्या भी कोरड़े वजणगे, ना गलती की, मर्यादा च फर्क पाया वा।
तो फिर महाराजा रणजीत सिंह नूं आउणा पिया सी। वो आए सी इमली के बूटे कोले। हुण भी वो पुराना जिहड़ा इमली का बूटा वो तो पुट्टिया गया सी, उहदी याद दे विच हुण उत्थे बूटा फिर लगा है श्री अकाल तख्त साहिब के सामने। वो यही याद दिवाउंदा कि इहदे नाल हत्थ पाए सी आके महाराजा रणजीत सिंह ते वो पिंडा नंगा किया। फिर महाराजे ने बाबा फूला सिंह जी उत्थे आए तो उन्हें आख्या भी नहीं हुण कोरडे नहीं वजणगे, ये हाजिर हो गए आ, ये अकाल तख्त साहिब की शरण विच आ गए आ, गुरु हरगोबिंद साहिब जी के चरणों दे विच, अकाल पुरख की शरण विच, इस करके हुण इन्हां नूं माफ़ कर दिता जांदा ते सारे सिंह इन्हां दे नाल फतेह भी बुलाउण। इसे तरह ते नाले कह दिता उत्थे खलो करके, आखिया भी खालसा जी इस तरह का महाराजा चाहिदा वा जिहड़ा भुल हो जावे ते जिस वेले अकाल तख्त साहिब बुलाया जावे ते इस तरह निमरता नाल आ के झुके, अपनी गलती मन्ने। फिर कहिंदे महाराजे रणजीत सिंह ने भी उत्थे उसे थां ते ही हथ जोड़ के खलो के आख्या संगत जी जथेदार भी इहो जिहा चाहिदा बाबा फूला सिंह अकाली वर्गा, जे वड्डे तो वड्डा भी कोई गलती करे तो उन्होंने सद के सामने ते कटहरे च खिलार के आखे भी तू आ गलती की बई यदि तेनू सज़ा भुगतनी पवेगी। ते ऐसी शोभा साध संगत जी श्री अकाल तख्त साहिब जी दी। ते श्री अकाल तख्त साहिब महान है, महाराज साहिब जी का महान पवित्र तख्त है। ते सानू सारियां नू गुरु के सिखां नू श्री अकाल तख्त साहिब जी की शरण में रहना चाहिए साध संगत जी। और उतों चढ़ती कला के जोड़े फैसले आ वो जिमें पुरातन समय च हुंदे रहे उस तरह होने चाहिए। निरपक्ष हर तरह नाल चढ़ती कला ना जिहड़ा कोई गलती भुल करता है मान मर्यादा च फर्क पाउंदा है तो उन्होंने जो गुरु घर की मर्यादा है गुरमत के अनुसार फिर वो सज़ा जिहड़ी है वो तनख्वाह उत्थों लगनी चाहिए है। तो एक बारी फिर श्री अकाल तख्त साहिब के सिरजना दिवस दियां गुरु की संगतां नूं लख लख वधाइयां होण जी। दस्तगीर होए पंज पीर हर गुर हर गोबिंद अतोला, दीन दुनी दा पातशाह 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 अडोला। तो लड़ीवार रूप दे विच आपां जगत गुरु धन धन श्री गुरु नानक देव साहिब महाराज जी का पवित्र इतिहास जिस प्रकार दे नाल धन श्री गुरु अंगद देव साहिब जी महाराज खडूर साहिब दे विच इतिहास लिखवा रहे हैं। सुल्तानपुर लोधी का धन श्री गुरु नानक देव साहिब महाराज का प्यारा सिख भाई पैड़ा मोखा लिखण की सेवा कर रहा ते गुरु साहिब जी के प्यारे सिख भाई साहिब भाई बाला जी महाराज का इतिहास गुरु की कथा सुना रहे हैं। तो उस मौके ते श्री गुरु अंगद देव साहिब जी आप आसन ते चौंकड़ा ला के नाले कथा सुनते हैं, नाले गुरु की आग्या नाल भाई पैड़ा मोखा जी लिखण की सेवा करते हैं। तो होर किन्ने क सिख उत्थे सुनते आ, गिणती कोई नहीं, अणगिणत संगतां कथा सरवण करदियां, नाल नाल इतिहास लिखिया जा रहा, नाल नाल संगतां सुन रहीआं। ते सुनन वालियां विचों 94 सिखां दे नाम दिते भाई संतोख सिंह जी कि उस मौके ते जिन्ने स्रोते बैठ के कथा सुन रहे हैं ना, जो कथा लिखी जा रही है, एक ब्रह्म ज्ञानी बाबा बुढ़ा साहिब जी विच बैठे चौंकड़ा ला के सुन रहे हैं। इस तरह धन श्री गुरु अमरदास साहिब जी जिन्हों ने 12 साल गागर ढोई है, श्री गुरु अंगद देव साहिब जी का इशनान कराया अमृत वेले का, श्री गुरु अमरदास साहिब जी सेवक रूप में चौंकड़ा ला के कथा सुन रहे। इस तरह ब्रह्म ज्ञानी गुरमुख भाई जीवा जी वो कथा सुन रहे हैं। इस तरह साध संगत जी डल्ले निवासी परमहंस भाई पारो जुलका जी कथा सुन रहे हैं, भाई धिंगा नाई जी कथा सुन रहे हैं जिन्हों का जीवन सैन भगत वर्गा है। तो ऐसे होर भी अनेकों प्रेमी जिहड़े कथा सुन रहे हैं, जिस कथा नूं फिर भाई संतोख सिंह जी ने छंदाबंदी दे विच वर्णन किया है। ये साध संगत जी आपां प्रसंग कल दे दीवान विच सुनिया है। अगे तीसरे अध्याय की आरंभता हो रही है, श्रद्धा भावना सहित सरवण करिए। उचारण करो जी सतनाम श्री वाहे गुरु साहिब जी। तीजे अध्याय की आरंभता दे विच पहला महाराज के चरणों की शोभा करते कि धन श्री गुरु नानक देव साहिब महाराज जी के चरण कैसे हैं। भाई संतोख सिंह जी कहते भी कोई कवि तो उपमा करन लग्या ना महाराज के चरणों की जो उपमा करता
ਤੇ ਉਹ ਉਪਮਾ ਦਿੰਦਾ ਹੈ ਪਾਰਜਾਤ ਦੇ ਨਾਲ ਕਿ ਜਿਹੜਾ ਕਲਪ ਬ੍ਰਿਸ਼ ਹੈ ਨਾ ਸਵਰਗ ਦਾ ਪਾਰਜਾਤ, ਕਹਿੰਦਾ ਵੀ ਪਾਰਜਾਤ ਵਰਗੇ ਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ। ਤੇ ਕੋਈ ਕਵੀ ਕਹਿੰਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਚਰਨ ਉਹ ਕਮਲ ਫੁੱਲ ਜਿਹੜਾ ਹੈ ਨਾ ਅਮਲ ਨਿਰਮਲ ਮੈਲ ਤੋਂ ਰਹਿਤ ਕਮਲ ਫੁੱਲ ਵਰਗੇ ਆ ਮਹਾਰਾਜ ਸਾਹਿਬ ਜੀ ਦੇ ਚਰਨ। ਕਹਿੰਦੇ ਵੀ ਪਾਰਜਾਤ ਰੁੱਖ ਵੀ ਕਲਪ ਬ੍ਰਿਸ਼ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਪਾਰਜਾਤ ਕਲਪ ਬ੍ਰਿਸ਼ ਉਹ ਚੇਤਨ ਨਹੀਂਗਾ, ਇੱਕ ਥਾਂ ਤੇ ਖਲੋਤਾ ਹੋਇਆ। ਮਹਾਰਾਜ ਦੇ ਚਰਨ ਤਾਂ ਚੇਤਨ ਵਾ, ਵਿਚਰਦੇ ਆ। ਫਿਰ ਜਿਹੜਾ ਪਾਰਜਾਤ ਰੁੱਖ ਵਾ ਕਲਪ ਬ੍ਰਿਸ਼ ਵਾ ਉਹ ਗਤ ਦਾਨ ਨਹੀਂ, ਉਹ ਮੁਕਤੀ ਨਹੀਂ ਦੇ ਸਕਦਾ। ਜਿਹੜਾ ਉਹਦੇ ਕੋਲੇ ਜਾਵੇ ਉਹਦੇ ਥੱਲੇ ਬੈਠੇ ਉਹਦੀਆਂ ਕੁਝ ਇਛਾਵਾਂ ਦੀ ਉਹ ਪੂਰਤੀ ਕਰਦਾ ਦੁਨਿਆਵੀ ਪਦਾਰਥਾਂ ਦੀ। ਜੇ ਕਲਪ ਬ੍ਰਿਸ਼ ਹੇਠਾਂ ਬੈਠ ਕਰਕੇ ਕੋਈ ਮੁਕਤੀ ਮੰਗੇ ਤੇ ਮੁਕਤੀ ਦੇਣ ਦੀ ਉਹਦੇ 'ਚ ਤਾਕਤ ਨਹੀਂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨ ਤਾਂ ਮੁਕਤੀ ਦਿੰਦੇ ਆ, ਮਹਾਰਾਜ ਦੇ ਚਰਨਾਂ ਨੇ ਤਾਂ ਮੁਕਤੀ ਦੇਣੀ ਦੇਣੀ ਆ। ਜਿੱਥੇ ਮਹਾਰਾਜ ਦੇ ਚਰਨ ਪੈ ਗਏ ਉਹ ਧਰਤੀ ਮੁਕਤੀ ਦੇਈ ਜਾਂਦੀ ਆ। ਹੁਣ ਇੱਥੇ ਮਹਾਰਾਜ ਦੇ ਚਰਨ ਪਏ ਆ ਨਾ, ਇਸ ਕਰਕੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਉਹ ਜਗ੍ਹਾ ਹੀ ਪਵਿੱਤਰ ਹੋ ਗਈ। ਉੱਥੇ ਨਾਮ ਬਾਣੀ ਦਾ ਸਦਾ ਵਾਸਤੇ ਜਿੰਨਾ ਚਿਰ ਦੁਨੀਆ ਹੈ, ਜਿੰਨਾ ਚਿਰ ਸੰਸਾਰ ਹੈ, ਜਿੰਨਾ ਚਿਰ ਸ੍ਰਿਸ਼ਟੀ, ਉਹਨਾਂ ਚਿਰ ਨਾਮ ਬਾਣੀ ਦਾ ਪ੍ਰਵਾਹ ਚੱਲਣਾ। ਉਸ ਧਰਤੀ ਨੇ ਮੁਕਤੀ ਦੇਈ ਜਾਣੀ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ। ਉਸ ਧਰਤੀ ਦੀ ਧੂੜ ਹੀ ਪਵਿੱਤਰ ਹੋ ਗਈ। ਸਾ ਧਰਤੀ ਭਾਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਾਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਕਹਿੰਦੇ ਵੀ ਉਹ ਪਾਰਜਾਤ ਰੁੱਖ ਇੱਕ ਥਾਂ ਤੇ ਖਲੋਤਾ ਹੋਇਆ ਹੈ ਸਵਰਗ ਵਿੱਚ, ਉਹ ਚੇਤਨਤਾ ਨਹੀਂ ਹੈ, ਵਿਚਰਦਾ ਤੇ ਨਹੀਂ ਹੈ। ਮਹਾਰਾਜ ਦੇ ਚਰਨ ਤਾਂ ਵਿਚਰਦੇ ਆ, ਉਹ ਮੁਕਤੀ ਤਾਂ ਨਹੀਂ ਦਿੰਦਾ ਹੈ। ਫਿਰ ਕਹਿੰਦੇ ਵੀ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਕਮਲ ਫੁੱਲ ਦੀ ਸੋਭਾ ਵੀ ਕਿਵੇਂ ਦਿੱਤੀ ਜਾ ਸਕਦੀ ਹੈ। ਕਮਲ ਫੁੱਲ ਦਿਨੇ ਤਾਂ ਖਿੜਦਾ, ਜਿਉਂ ਸ਼ਾਮ ਪੈਂਦੀ ਉਦੋਂ ਹੀ ਉਹ ਬੰਦ ਹੋ ਜਾਂਦਾ ਹੈ। ਪੰਖੜੀਆਂ ਜੁੜ ਜਾਂਦੀਆਂ ਵਾ, ਰਾਤ ਦੇ ਵਿੱਚ ਉਹਦਾ ਮੁੱਖ ਮਿਲ ਜਾਂਦਾ, ਇਕੱਠਾ ਹੋ ਜਾਂਦਾ ਹੈ। ਪਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਤਾਂ ਚੇਤਨਤਾ ਦੇ ਸਹਿਤ ਹਨ ਤੇ ਆਪਣੇ ਭਗਤਾਂ ਨੂੰ ਕਾਮਨਾ ਦਿੰਦੇ ਆ, ਨਿਜ ਭਗਤਾਂ ਨੂੰ ਮੁਕਤੀ ਵੀ ਦਿੰਦੇ ਹਨ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਬਾਸਰ ਦਿਨ ਦੇ ਵਿੱਚ ਤੇ ਰਜਨੀ ਰਾਤ ਦੇ ਵਿੱਚ। ਦਿਨੇ ਰਾਤ ਵਿੱਚ ਏਕ ਸੇ ਇੱਕੋ ਜਿਹੀ ਆ, ਸਤੁਲ ਬਰਾਬਰ। ਦਿਨੇ ਵੀ ਖਿੜੇ ਹੋਏ ਆ, ਰਾਤ ਨੂੰ ਵੀ ਖਿੜੇ ਹੋਏ ਹਨ। ਇਸ ਕਰ ਕਹਿੰਦੇ ਵੀ ਨਹੀਂ ਆਦਰ ਜਿਹੜਾ ਵਾ ਨਾ ਉਹ ਆਦਰ ਨਹੀਂ ਇਹ ਬਰਾਬਰ ਬਣਦਾ ਹੈ। ਪਾਰਜਾਤ ਤੇ ਕਮਲ ਜਿਹੜਾ ਹੈ ਇਹ ਨਹੀਂ ਬਰਾਬਰਤਾ ਦਾ ਆਦਰ ਪਾ ਸਕਦੇ। ਇਸ ਕਰਕੇ ਕਹਿੰਦੇ ਵੀ ਮਹਾਰਾਜ ਦੇ ਚਰਨ ਤਾਂ ਚਰਨੀ ਆ, ਗੁਰੂ ਸਾਹਿਬ ਦੇ ਚਰਨ ਆਪਣੇ ਵਰਗੇ ਆਪ ਹੀ ਆ। ਇਸ ਕਰਕੇ ਨਾ ਪਾਰਜਾਤ ਵਰਗੇ ਆ ਤੇ ਨਾ ਕਮਲ ਫੁੱਲ ਵਰਗੇ ਆ, ਉਹ ਨਿਊਣ ਵਾ। ਮਹਾਰਾਜ ਦੇ ਚਰਨਾਂ ਦੀ ਸੋਭਾ ਵੱਡੀ ਹੈ, ਗੁਰੂ ਸਾਹਿਬ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ। ਹੁਣ ਭਾਈ ਬਾਲਾ ਜੀ ਦਾ ਰੂਪਕ ਵਰਣਨ ਕੀਤਾ ਹੈ, ਰੂਪ ਵੀ ਉਹਨਾਂ ਦਾ ਰੂਪ ਕਿਸ ਤਰ੍ਹਾਂ ਦਾ। ਕਰ ਤੁੰਬੀ, ਹੱਥ ਦੇ ਵਿੱਚ ਕਹਿੰਦੇ ਵੀ ਛੋਟਾ ਤੁੰਬਾ ਹੈ, ਜੋ ਪੁਰਾਤਨ ਸਮੇਂ ਦੇ ਵਿੱਚ ਸਾਧੂ ਲੋਕ ਆਪਣੇ ਹੱਥ ਵਿੱਚ ਗੜਵਾ ਰੱਖਿਆ ਕਰਦੇ ਸੀ ਨਾ, ਕਿਉਂਕਿ ਜਲ ਵਰਤਣਾ ਹੁੰਦਾ ਸੀ, ਮਰਿਆਦਾ 'ਚ ਰਹਿਣਾ ਤੇ ਜਲ ਵਰਤਣਾ ਹੈ। ਜਲ ਛਕਣ ਵਾਸਤੇ ਵੀ ਹੋਰ ਵੀ ਇਸੇ ਤਰ੍ਹਾਂ ਜਿੱਥੇ ਕਿਤੇ ਜਲ ਦੀ ਲੋੜ ਪੈਣੀ, ਤੇ ਤਾਂ ਕਰਕੇ ਉਹ ਤੁੰਬਾ ਹੱਥ ਦੇ ਵਿੱਚ। ਤਾਂ ਹੱਥ ਦੇ ਵਿੱਚ ਕਹਿੰਦੇ ਵੀ ਉਹ ਤੁੰਬੀ ਹੈ ਤੇ ਕੱਟ ਕੀਨ ਕੁਪੀਨਾ, ਤੇ ਲੱਕ ਦੇ ਨਾਲ ਕੁਪੀਨ ਲੰਗੋਟ ਲਾਈ ਹੋਈ ਹੈ। ਆਪਣੇ ਸਰੀਰ ਦੇ ਉੱਤੇ ਸਿੱਤ ਚਿੱਟੇ ਰੰਗ ਦੀ ਕੰਬਲੀ ਲਈ ਹੋਈ ਹੈ ਭਾਈ ਬਾਲਾ ਜੀ। ਚਿੱਟੇ ਰੰਗ ਦੀ ਕੰਬਲੀ ਦੀ ਬੁੱਕਲ ਮਾਰੀ ਹੋਈ ਹੈ, ਕਿਉਂਕਿ ਉਦੋਂ ਠੰਡ ਦਾ ਸਮਾਂ ਸੀ। ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਆਏ ਸੀ ਖਡੂਰ ਸਾਹਿਬ। ਕੱਤਕ ਮਹੀਨੇ ਦੇ ਵਿੱਚ ਹੀ ਇਤਿਹਾਸ ਲਿਖਾਉਣਾ ਉਹਨਾਂ ਨੇ ਸ਼ੁਰੂ ਕੀਤਾ, ਤੇ ਕੱਤਕ ਤੋਂ ਅੱਗੇ ਮੱਘਰ ਆਉਣਾ, ਤੇ ਕੱਤਕ ਵਿੱਚ ਵੀ ਠੰਡ ਹੁੰਦੀ ਹੈ ਤੇ ਮੱਘਰ ਦੇ ਵਿੱਚ ਵੀ ਠੰਡ ਹੁੰਦੀ ਹੈ ਅੱਗੇ।
इस करके चिट्टे रंग की जिहड़ी कंबली है ना वो लई हुई है भाई बाला जी ने। ते उच्ची कुलहा वो अपने सीस उत्ते धारी हुई है। 7 टाकियां दी 7 कपड़ियां दी बड़ी हुंदी सी, वो अपने सीस दे उत्ते धारी हुई है, जो फकीर लोग पहनदे सन, जिन्हों सैली आखिया, कुलहा आखिया, जो गुरियाई दे समय भी दिती जाती सी, जिहड़ी महाराज ने तोशेखाने विच रखाती सी, ते महाराज ने कलगी सजाई सी, आखिया हुण कलगी सजाओ। तो इस तरीके दे नाल उच्ची जो कुलहा है वो सीस दे उत्ते धारण कीती हुई है। ते शमश कहिंदे दाड़े नूं। भाई बाला जी दा दाड़ा आम चलो दाड़ी किया जाता है, खालसे बोले दे विच दाड़ा ही आखिया जाता है। खालसी बोले दे विच जो खालसे दे बोले उहदे विच दाड़ा। भाई बाला जी का जो दाड़ा है श्वेत चिट्टे रंग का ते दीर्घ लम्मा है, एक सार लम्मा लम्मा दाड़ा है, चिट्टे रंग का है, क्योंकि बजुर्ग अवस्था विच है भाई बाला जी। धन श्री गुरु नानक देव साहब महाराज के सचखंड प्याने तो बाद ये इतिहास साध संगत जी लिखना आरंभ होया है। ते 70 साल की शरीर कारबला दे विच धन श्री गुरु नानक देव साहब महाराज जी ने सचखंड प्याना किया है, कुछ महीनों का वेरवा है। ते भाई बाला जी श्री गुरु नानक देव साहब महाराज साहब तो 3 साल वड्डे सन। इस करके वड्डी शरीर कारबला बजुर्ग अवस्था है, चिट्टा दाड़ा है उन्हां दा लम्मा लम्मा एक सार। भाई बाला जी ने चौंकड़ा लाया ते हिरदे दे विच श्री गुरु नानक साहब जी का ध्यान धरिया है, जिन्हां दे नाल सारी जिंदगी लगा दी भाई बाला जी ने। बचपन तो लैके जिन्हां नाल खेडे, सुल्तानपुर लोधी की धरती ते जिन्हां दे नाल सौदा फड़ाउंदे रहे, मोदी खाने विच उहदे बाबा जी 13-13 कह के तोलते रहे, उदासियां विच नाल रहे, ते उन्हां दे तां रोम रोम च गुरु नानक साहब जी का ध्यान वसिया होया। गुरमुख रोम रोम हर ध्यावै। इस करके हिरदे विच कहिंदे भी श्री गुरु नानक साहब महाराज जी का ध्यान धर के ते बहुत ही विधि दे नाल श्री गुरु नानक साहब जी के चरना कमलों उत्ते नमस्कार कीती। ध्यान ही ध्यान विच, ध्यान की शक्ति बहुत वड्डी है साध संगत जी। ध्यान पवित्र होवे ते बहुत वड्डी बख्शिश प्राप्त हुंदी है, ते ध्यान मैला होवे ते साध संगत जी मैला कर दिंदा है जीवन। जिहो जिहा ध्यान बंदा धरदा है ना, उस तरह का ही फल उन्होंने प्राप्त हुंदा। ध्यान दे विच जात दे विच बहुत वड्डी शक्ति है। किते भी बैठा है सिख जो गुरु साहब जी के चरणों का ध्यान धरदा है, महाराज साहब जी के पवित्र स्थान का ध्यान धरदा है, तो हिरदा पवित्र हो जाता, विचारां पवित्र हो जांदियां, सोचनी पवित्र हो जाती है। ते जे किसी मैली वासना के अधीन हो करके ध्यान धरे तो मैला भी हो जाता है, क्योंकि ध्यान के अधीन ही है ना। इस करके भाई बाला जी उन्होंने ध्यान धरिया, सतगुरु जी का ध्यान धर के महाराज साहब जी के चरणों के उत्ते नमस्कार की है। भाई बाला जी वर्णन करन लगे, बर कहिए श्रेष्ठ चंद्रमा वर्गे मुख तो ते अमृत दे बराबर जो इतिहास है, अमृत वर्गा इतिहास। इतिहास नूं अमृत वर्गा क्यों आख्या जी? क्योंकि इतिहास पढ़ सुन करके जीवन मिलता। जीवन धन श्री गुरु नानक साहब महाराज ने की कीता, किवें प्रकाश धारिया, की कौतक कीते, इतिहास विचों ही सिक्ख्या मिलती बहुत वड्डी। जिन्ने शरीरक कौतक कीते आ, वो इतिहास विचों ही 10 पातशाहियां दे आपां पढ़ सुन सकते हैं। इस करके इतिहास जो अमृत सरीखा इतिहास है, ते चंद्रमा वर्गे मुख तो वो वर्णन भाई बाला जी वर्णन करन लगे श्रेष्ठ इतिहास। किन्ने सत्कार नाल लिखते हैं भाई संतोख सिंह जी, श्री शोभा वाले भाई बाला जी, क्योंकि वो शोभा वाले गुरु नानक साहब के चरणों में इन्ना लम्मा समा रहे, सारिया संसार दियां इच्छावां त्याग करके, घर का मोह त्याग करके। साध संगत जी एक दिन रहना औखा है,
एक दिन रहना ते सारी जिंदगी महाराज दे चरनां विच, जिसनूं बाणी ने आख्या सेवा करत होए नेह कामी तिसका होत प्राप्त स्वामी। कामना ही कोई नहीं, बस गुरु साहब की खुशी वास्ते नाल रह, गुरु साहब की खुशी वास्ते। ते महाराज दे रोज दर्शन किए, गुरु साहब ने जिन्ना ही जीवां नूं तारिया, भाई बाला जी ने सारे कौतक वेखे, भाई मरदाना जी ते भाई बाला जी ने, ते वो किन्ने महान हो गए। नाले श्री गुरु नानक साहब जी दे पहले चौर बरदार आ भाई बाला जी, महाराज साहब दे सीस ते चौर करन वाले। जे गुरु साहब जी दे सब तो पहले कीर्तनीए, सब तो पहले रबाबे भाई मरदाना जी आ, ते गुरु घर दे सब तो पहले चौर बरदार भाई बाला जी आ। श्री बाला संधुरवाज, संधू उन्हां दी गोत सी, संधू जट, श्री बाला संधुरवाज। इस करके आख्या श्री शोभा वाले भाई बाला जी जिन्हां दी संधू गोत है, वो बचन करदे दस रहे हन। श्री गुरु नानक देव साहब महाराज दे प्रकाश धारन दा कारण दसदे। पहला महाराज साहब दे प्रकाश धारन तो पहला दा जिहड़ा समा सी वो वर्णन करदे। कहिंदे भी कलयुग ने जोर पाया, पर जोरा विशेष करके ते ऐसा जोर पाया, कुरता ही जोर पा लिया अकाल भी। शुरू दे विच कलयुग दे इन्ना प्रभाव अपना पाया, इन्ना जोर पाया, कुरता ही जोर जिहड़ा सी वो पा लिया कलयुग ने। ते बहुत भयानक, बहुते संसार दे विच वड्डे वड्डे बहुते पाप जिहड़े वो प्रगट हो गए। ते कलयुग दे समय दे विच वो पद्धर होण लग पए, उत्पाता ते दुकाल कहिए काल पैन लग पिया। काल, अनाज दा काल, पानी दा काल। आ हुण साध संगत जी चार चफेरे प्रचार किया जाता भी पानी नूं संभाल के रखो। इसे तरह इत्थे गुरुद्वारा श्री बेर साहब जी विखे भी वो पत्रिका आई आ, भाई साहब जी ने पढ़ाई से, कहिंदे संगत विच भी बेनती करियो भाई श्री दरबार साहब तो, श्री अकाल तख्त साहब तो, कि जल दी जिहड़ी आ वो वरतों साਂਭ संभाल के कीती जावे। कि जल वरतना तो आपां है, छकना भी है, इशनान भी करना है, पर यह नहीं भी जिथे कोई टूटी खुली है तो उन्होंने खुली छड्ड देना, जे जल वरत लिया तो उन्होंने बंद भी नालों नाल कर देना। ये हर एक ने ध्यान रखना, जल की जिहड़ी आ साਂਭ संभाल की जावे। हुण कंधां ते भी स्कूलों थावां ते होर थावां ते लिख के लाया होया है कि जे पानी है तो प्राणी है, उन्होंने इस तरह लिख के लाया। तो गुरु ग्रंथ साहब महाराज की बाणी च पहला ही गुरु साहब ने उचारिया भी पहला पानी जियो है जित हरिया सब कोय। ये पानी पहला जीवन देण वाला है, तो पानी की साਂਭ संभाल करनी चाहिए। तो कई कहते भी नहीं अपने किते मुक्कन लगा, पानी दरिया वगदे पे आ, दरिया वगदे पे आ, पर अगे 50 फुट के उत्ते बोर हो जाता सी ते वधिया पानी हुंदा सी। हुण उही बोर अपने इलाके दे विच 500 फुट ते होण लग पे। वेंदिया वेंदिया पहला 50 फुट वाला पानी साफ हुंदा सी, आम ही नलके 50 फुट के उत्ते चलते हुंदे सी अपने इलाके विच। हुण इत्थे भी 100 200 400 500 फुट डूंगा जिहड़ा पीण वाला साफ पानी है ना, वो 500 फुट डूंगे बोर लोगों ने कराए। तो इस करके ये सारियां दा फर्ज है। एक तां रुख लाउणे चाहीदे, ते बहुत संगतां ला भी रहीआं। इत्थे श्री बेर साहब भी संगतां सो फलदार वृक्ष जिहड़े आ बूटे वो भेंट कर रहीआं, महाराज साहब जी दीआं खुशियां लै रहीआं। थां थां ते जिन्नियां भी वेलियां जगह उन्हां ते रुख लाउणे चाहीदे। सत्कारयोग मैनेजर साहब भी सारे थावां दे उत्ते जिन्ने भी अस्थान वा सुल्तानपुर साहब उन्हां विच लवा रहे रुख। ते इसे तरह होर भी जिहड़े समाज सेवक हन जां इसे तरह धार्मिक गुरमुख प्यारे महापुरख हन, वो भी थां थां ते सड़कों के उत्ते भी रुख लवा रहे। रुख लाने भी चाहिए, उन्हां दी साਂਭ संभाल भी करनी चाहिए है। तो साध संगत जी ये क्योंकि इत्थे आया है जिक्र भी काल पैण दा, काल पै गया। जिहड़े इलाके विच जिहड़ी वस्तु ना होवे उन्हां नूं कदर पूरी हुंदी है। किते राजस्थान च जाइए उत्थे पानी दा सत्कार पूरा है। पानी दा जदों एक टैंकर पानी दा भर के आउंदा है ना,
ਤੇ ਉਸ ਮੌਕੇ ਦੇ ਉੱਤੇ ਲਾਈਨ ਲੱਗੀ ਹੁੰਦੀ ਆ ਮਾਈਆਂ ਦੀ ਘੜੇ ਫੜ ਕੇ, ਇੱਕ ਘੜਾ ਭਰ ਕੇ ਰੱਖਣਾ। ਉਹਨਾਂ ਨੇ ਜਗ੍ਹਾ ਬਣਾਈ ਹੋਈ, ਹੌਜ ਬਣਾਏ ਹੋਏ, ਚਬੱਚੇ ਬਣਾਏ ਹੋਏ ਆ। ਜਦੋਂ ਮੀਂਹ ਪੈਂਦਾ, ਮੀਂਹ ਦਾ ਪਾਣੀ ਵੀ ਸਾਂਭ ਕੇ ਰੱਖਦੇ ਰਾਜਸਥਾਨ ਦੇ ਵਿੱਚ ਕਿ ਇਹ ਪੀ ਵੀ ਲਵਾਂਗੇ ਤੇ ਪਸ਼ੂਆਂ ਨੂੰ ਵੀ ਪਿਆ ਲਵਾਂਗੇ। ਬੂੰਦ ਬੂੰਦ ਸੰਭਾਲ ਕੇ ਰੱਖੀ ਜਾਂਦੀ ਉਧਰ ਪਾਣੀ ਦੀ। ਤੇ ਆਪਣੇ ਇਧਰ ਖੁੱਲਾ ਵਾ ਪੰਜਾਬ, ਪੰਜਾਂ ਪਾਣੀਆਂ ਦੀ ਧਰਤੀ, ਇਸ ਕਰਕੇ ਆਪਣੇ ਪ੍ਰਵਾਹ ਘੱਟ ਹੀ ਕਰਦੇ। ਪਰ ਇਹ ਸਾਧ ਸੰਗਤ ਜੀ ਹਰ ਇੱਕ ਨੂੰ ਵਿਚਾਰਨਾ ਚਾਹੀਦਾ, ਸੋਚਣਾ ਚਾਹੀਦਾ। ਆਦਿ ਦੁਕਾਲ ਹੋਤ ਉਤਪਾਤਾ, ਤਾਂ ਕਹਿੰਦੇ ਆ ਵੀ ਉਸ ਮੌਕੇ ਤੇ ਕਾਲ ਪੈਣੇ, ਐਸੇ ਉਪੱਦਰ ਸ਼ੁਰੂ ਹੋ ਗਏ ਵੀ ਕਾਲ ਪੈ ਜਾਣਾ, ਅਨਾਜ ਦਾ ਕਾਲ ਪੈ ਜਾਣਾ, ਪਾਣੀ ਦਾ, ਹੋਰ ਇਸੇ ਤਰ੍ਹਾਂ ਦੇ ਕਾਲ ਜਿਹੜੇ ਹਨ ਵਸਤੂਆਂ ਦੇ, ਇਹ ਕਾਲ ਪੈਣ ਤੋਂ ਲੈ ਕਰਕੇ ਉਹ ਪੱਧਰ ਹੋਣ ਲੱਗੇ। ਤੇ ਮਲੇਸ਼ਾਂ ਦਾ ਰਾਜ ਹੋ ਗਿਆ ਪ੍ਰਗਟ। ਮਲੇਸ਼ ਕਹਿੰਦੇ ਆ ਮਲੀਨ ਇੱਛਾ ਵਾਲਾ। ਤੁਰਕਾਂ ਦਾ ਰਾਜ ਹੋ ਗਿਆ, ਮਲੇਸ਼ਾਂ ਦਾ ਰਾਜ ਹੋ ਗਿਆ। ਤੇ ਜੋ ਮੁਹੰਮਦ ਸਾਹਿਬ ਦਾ ਪੰਥ ਹੈ ਉਹ ਵਧਣ ਲੱਗ ਪਿਆ ਬਹੁਤੀ ਵੱਡੀ ਗਿਣਤੀ ਵਿੱਚ। ਭਾਵ ਮੁਸਲਮਾਨਾਂ ਦਾ ਬਹੁਤਾ ਵਾਧਾ ਹੋਇਆ, ਮੁਹੰਮਦ ਦਾ ਪੰਥ ਜਿਹੜਾ ਉਹ ਵੱਧ ਗਿਆ। ਤੇ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਪਾਪਮਈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ ਦੀ ਜਿਹੜੀ ਹਾਲਤ ਉਹ ਬਿਆਨ ਕਰ ਰਹੇ ਭਾਈ ਬਾਲਾ ਜੀ ਕਿ ਕਲਮਲ ਮੈਂ ਪਾਪ ਰੂਪੀ ਹੋ ਗਏ ਲੋਕ, ਮਤਹੀਨ ਵਿਚਾਰਾ, ਵਿਚਾਰ ਤੋਂ ਹੀਣੇ, ਮਤ ਤੋਂ ਹੀਣੇ ਹੋ ਗਏ। ਕਹਿੰਦੇ ਵੀ ਜਿਹੜੇ ਉਹ ਹੈਗੇ ਆ ਨਾ ਮਲੇਸ਼ ਰਾਜ ਵਾਲੇ ਤੁਰਕ, ਉਹ ਪਾਪ ਰੂਪੀ ਹੋ ਗਏ, ਮਤ ਤੋਂ ਹੀਣੇ ਹੋ ਗਏ। ਗਊ ਤੇ ਗਰੀਬ ਨੂੰ ਉਹ ਕੁਝ ਹੀ ਚਾਲ ਦੇ ਨਾਲ ਮਾਰਨ ਲੱਗ ਪਏ। ਕੁਸਾਲੀ, ਸੋ ਇਸੇ ਤਰ੍ਹਾਂ ਕਲ ਕੇ ਕਲ ਹੈ ਕੀਨ ਕੁਚਾਲੀ, ਤਾਂ ਕਲਯੁਗ ਦੇ ਸਮੇਂ ਦੇ ਵਿੱਚ ਉਹ ਖੋਟੀਆਂ ਚਾਲਾਂ ਚੱਲਣ ਲੱਗ ਪਏ, ਮਤ ਤੋਂ ਹੀਣੇ। ਹਾਂਜੀ, ਕਲਯੁਗ ਦੇ ਸਮੇਂ ਦੇ ਵਿੱਚ ਭੈੜੀਆਂ ਚਾਲਾਂ ਚੱਲਣ ਲੱਗ ਪਏ। ਰਾਜੇ ਜਿਹੜੇ ਸੀ ਉਹ ਭੈੜੀ ਮੱਤ ਵਾਲੇ ਤੇ ਮਲੀਨ ਹੋ ਗਏ। ਉਹਨਾਂ ਦੇ ਤਨ ਵੀ ਮਲੀਨ, ਉਹਨਾਂ ਦੇ ਮਨ ਵੀ ਮਲੀਨ ਹੋ ਗਏ, ਉਹਨਾਂ ਦੀ ਮੱਤ ਵੀ ਮੈਲੀ ਹੋ ਗਈ ਰਾਜਿਆਂ ਦੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਉਂ ਪ੍ਰਕਾਸ਼ ਧਾਰਨਾ ਪਿਆ, ਕਿਉਂ ਦੁਨੀਆ ਤੇ ਆਉਣਾ ਪਿਆ, ਇਹ ਦੱਸ ਰਹੇ ਆ। ਕਹਿੰਦੇ ਰਾਜੇ ਜਿਹੜੇ ਸੀ ਉਹ ਮੱਤ ਦੇ ਮੈਲੇ ਹੋ ਗਏ। ਇਹਦਾ ਜ਼ਿਕਰ ਗੁਰੂ ਬਾਬਾ ਜੀ ਨੇ ਆਪ ਵੀ ਆਪਣੀ ਰਸਨਾ ਤੋਂ ਕੀਤਾ। ਮਹਾਰਾਜ ਕਹਿੰਦੇ ਕਲ ਤਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜਿਆ ਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਹੋ ਭਾਲ ਵੀ ਕੁੰਨੀ ਹੋਈ, ਆਧੇਰਾ ਰਾਹੋ ਨਾ ਕੋਈ, ਅੰਧੇਰਾ ਪੈ ਗਿਆ, ਰਾਹ ਨਹੀਂ ਦਿਸਦਾ ਕਿਸੇ ਪਾਸੇ। ਆਧੇਰਾ ਰਾਹੋ ਨਾ ਕੋਈ, ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਵਿਦ ਗਤ ਹੋਈ। ਕਲਯੁਗ ਰਾਥੇ ਅਗਨ ਕਾ, ਕੂੜ ਅੱਗੇ ਰਥਵਾਹੋ। ਐਸਾ ਜ਼ਿਕਰ ਮਹਾਰਾਜ ਨੇ ਬਾਣੀ ਵਿੱਚ ਕੀਤਾ। ਰਾਜੇ ਭੈੜੀ ਮੱਤ ਵਾਲੇ, ਮੰਦ ਮੱਤ ਵਾਲੇ ਮਲੀਨ ਹੋ ਗਏ। ਕਹਿੰਦੇ ਵੀ ਰਾਜਿਆਂ ਦੀ ਇੰਨੀ ਭੈੜੀ ਮੱਤ ਕਿਵੇਂ ਹੋ ਗਈ, ਇੰਨੇ ਮੈਲੇ ਹੋ ਗਏ। ਜਾਣੋ ਜਿਵੇਂ ਉਹਨਾਂ ਦੇ ਵਿੱਚੋਂ ਨਾ, ਉਹਨਾਂ ਦੇ ਹਿਰਦੇ ਚੋਂ, ਉਹਨਾਂ ਦੀ ਬੁੱਧੀ ਵਿੱਚੋਂ, ਉਹਨਾਂ ਦੇ ਪਾਸੋਂ ਸ਼ੁਭ ਕਰਮ ਕਿਸੇ ਨੇ ਖੋਹ ਹੀ ਲਏ ਹੋਣ, ਵੀ ਸ਼ੁਭ ਕਰਮ ਕੋਈ ਕਰਦੇ ਹੀ ਨਹੀਂ। ਸ਼ੁਭ ਕਰਮ ਜਿਵੇਂ ਕਿਸੇ ਨੇ ਖੋਹ ਲਏ ਹੋਣ ਰਾਜਿਆਂ ਦੇ ਕੋਲੋਂ। ਬੇਸਿਆਗਾਮੀ, ਜਿਹੜੇ ਮੰਤਰੀ ਨਾ ਰਾਜਿਆਂ ਦੇ ਵਜ਼ੀਰ, ਥੱਲੇ ਕੰਮ ਕਰਨ ਵਾਲੇ, ਸੱਜੇ ਖੱਬੇ ਰਹਿਣ ਵਾਲੇ ਮੰਤਰੀ, ਉਹ ਲੋਲੁਪ ਹੋ ਗਏ। ਭਾਵ ਉਹ ਲੰਪਟ ਹੋ ਗਏ। ਉਹ ਪਰਾਈਆਂ ਇਸਤਰੀਆਂ ਦੇ ਨਾਲ ਸੰਬੰਧ ਬਣਾਉਣ ਵਾਲੇ ਹੋ ਗਏ। ਉਹ ਵੇਸਿਆਗਾਮੀ ਹੋ ਗਏ, ਵਿਭਚਾਰ ਕਰਨ ਵਾਲੇ ਹੋ ਗਏ ਮੰਤਰੀ। ਮਨ ਬਾਮੀ, ਬਾਮੀ ਕਹਿੰਦੇ ਟੇਢੇ ਨੂੰ, ਟੇਢੇ ਮਨ ਵਾਲੇ ਦੁਰਾਚਾਰ ਕਰਨ ਲੱਗ ਪਏ। ਸ੍ਰੇਸ਼ਟ ਜਿਹੜਾ ਸਦਾਚਾਰ ਉਹਨਾਂ ਦੇ ਵਿੱਚੋਂ ਅਲੋਪ ਹੋ ਗਿਆ ਤੇ ਦੁਰਾਚਾਰ ਭੈੜੇ ਆਚਰਨ ਵਾਲੇ ਹੋ ਗਏ। ਦੁਰਮਤ ਪੁਣਾ, ਖੋਟਾ ਪੁਣਾ ਤੇ ਦੁਸ਼ਟ ਪੁਣਾ ਤੇ ਦਰੋਦਰੀ, ਇਸੇ ਪ੍ਰਕਾਰ ਈਰਖਾ ਆਦਿਕ ਜਿਹੜੀ ਹੈ। ਤਾਂ ਕਹਿੰਦੇ ਹਨ ਇਹ ਦੁਖਤ, ਦੋਕ੍ਰਿਤ, ਭੈੜੀ ਕਿਰਤ ਕਰਨ ਵਾਲੇ ਹੋ ਗਏ, ਦੂਸਰਿਆਂ ਨੂੰ ਦੁਖੀ ਕਰਨ ਵਾਲੇ ਤੇ ਕਲੇਸ਼ ਕਰਨ ਵਾਲੇ ਹੋ ਗਏ।
ਇਹ ਜਾਣੋ ਕਹਿੰਦੇ ਵੀ ਜਿਵੇਂ ਸਿੰਘ ਕਾ ਨਾਮ ਦੀ ਰਾਖਸ਼ਣੀ ਹੋਈ ਨਾ, ਉਹਦਾ ਪੁੱਤਰ ਜਿਹੜਾ ਹੋਇਆ ਹੈ ਰਾਹੂ, ਉਹਦੇ ਤਰ੍ਹਾਂ ਹੋ ਗਏ। ਤੇ ਧਰਮ ਜਾਣੋ ਕਿ ਰਾਕੇਸ਼ ਹੋ ਗਿਆ, ਚੰਦਰਮਾ ਹੋ ਗਿਆ। ਇਹ ਅਲੰਕਾਰ ਦੁਆਰਾ ਕਵੀ ਜੀ ਨੇ ਕਥਨ ਕੀਤਾ ਵੀ ਜਿਵੇਂ ਚੰਦਰਮਾ ਨੂੰ ਰਾਹੂ ਗ੍ਰਸਦਾ ਹੈ ਨਾ, ਗ੍ਰਹਿ ਹੋ ਕਰਕੇ, ਉਹ ਜਿਵੇਂ ਕਿਹਾ ਜਾਂਦਾ ਨਾ ਵੀ ਚੰਦਰਮਾ ਨੂੰ ਗ੍ਰਹਿਣ ਲੱਗਾ, ਉਹ ਗ੍ਰਹਿਣ ਹੋ ਕਰਕੇ ਜਿਵੇਂ ਰਾਹੂ ਗ੍ਰਸਦਾ ਹੈ, ਇਸ ਤਰ੍ਹਾਂ ਕਹਿੰਦੇ ਵੀ ਇਹ ਧਰਮ ਨੂੰ ਸਾਰੇ ਚਿੰਬੜ ਗਏ। ਦੁਸ਼ਟ, ਦੁਰਮਤ, ਭੈੜੀ ਕਿਰਤ, ਦੁਖੀ ਕਰਨਾ, ਕਲੇਸ਼ ਆਦਿਕ, ਇਹ ਸਾਰੇ ਜਾਣੋ ਕਿ ਧਰਮ ਜਿਹੜਾ ਉਹ ਚੰਦਰਮਾ ਦੀ ਨਿਆਈ ਹੋ ਗਿਆ, ਤੇ ਇਹ ਸਿੰਘ ਕਾ ਰਾਖਸ਼ਣੀ ਦਾ ਪੁੱਤਰ ਜਿਹੜਾ ਰਾਹੂ ਹੈ ਉਹਦੇ ਨਿਆਈ ਹੋ ਗਏ। ਰਾਜਿਆਂ ਨੇ ਇਸ ਤਰ੍ਹਾਂ ਦਾ ਸੁਭਾਅ ਧਾਰਨ ਕਰ ਲਿਆ, ਉਹ ਗਰੀਬਾਂ ਦੀ ਪੁਕਾਰ ਹੀ ਨਹੀਂ ਸੁਣਦੇ, ਉਹ ਸਮਾਂ ਹੀ ਨਹੀਂ ਦਿੰਦੇ। ਉਹ ਕਹਿੰਦੇ ਕਿ ਸਮਾਂ ਹੀ ਨਹੀਂ ਹੈ ਸਾਡੇ ਕੋਲੇ ਜੀ। ਜਿਸ ਮੌਕੇ ਦੇ ਉੱਤੇ ਰਾਜ ਭਾਗ ਲੈਣਾ ਹੁੰਦਾ, ਉਦੋਂ ਸਾਰਿਆਂ ਦੇ ਕੋਲੇ ਆ ਕਰਕੇ ਤਰਲੇ ਪਾਉਂਦੇ, ਬੇਨਤੀਆਂ ਕਰਦੇ। ਜਦੋਂ ਰਾਜ ਭਾਗ ਤੇ ਬੈਠ ਜਾਂਦੇ ਫਿਰ ਕਹਿੰਦੇ ਹੁਣ ਸਮਾਂ ਨਹੀਂ ਹੈ। ਨਿਰਪਤ ਪੁਕਾਰ ਨਾ ਸੁਣ ਹੈ ਕਾਈ, ਰਾਜੇ ਕਿਸੇ ਦੀ ਪੁਕਾਰ ਨਹੀਂ ਸੁਣਦੇ। ਉਦੋਂ ਕਾਜੀ ਹੁੰਦਾ ਸੀ, ਅੱਜ ਜੱਜ ਹੈ ਸਾਧ ਸੰਗਤ ਜੀ, ਫੈਸਲੇ ਕਰਨ ਵਾਲਾ। ਉਸ ਮੌਕੇ ਤੇ ਕਾਜੀ ਅੱਜ ਦੇ ਜੱਜ ਦੇ ਮੁਕਾਬਲੇ ਤੇ ਸੀ। ਕੋਈ ਫੈਸਲਾ ਕਰਨਾ ਕਾਜੀ ਕਰਦਾ ਸੀ, ਕੋਈ ਫਤਵਾ ਲਾਉਣਾ ਕਾਜੀ ਤੋਂ ਲਵਾਇਆ ਜਾਂਦਾ ਸੀ। ਜਿਹੜੇ ਕਾਜੀ ਉਹ ਵੱਢੀ ਲੈਣ ਵਾਲੇ ਹੋ ਗਏ, ਉਹ ਰਿਸ਼ਵਤਖੋਰੀ ਹੋ ਗਏ, ਉਹਨਾਂ ਦਾ ਐਸਾ ਸੁਭਾਅ ਹੋ ਗਿਆ, ਉਹ ਝੂਠੇ ਨੂੰ ਸੱਚਾ ਕਰ ਦਿੰਦੇ। ਜਿਹੜਾ ਜੱਜ ਹੈ ਰਿਸ਼ਵਤ ਲੈ ਕਰਕੇ, ਤੇ ਜਿਹੜਾ ਸੱਚਾ ਹੈ ਉਹਦੇ ਹੱਕ ਦੇ ਵਿੱਚ ਫੈਸਲਾ ਨਹੀਂ ਸੁਣਾਉਂਦਾ, ਕਿਉਂਕਿ ਦੂਜੇ ਪਾਸੇ ਮਾਇਆ ਮਿਲ ਗਈ, ਰਿਸ਼ਵਤ ਮਿਲ ਗਈ। ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਕਰ ਦਿੰਦੇ। ਜਿਹੜਾ ਸੱਚਾ ਨਿਆਉ ਹੈ ਉਹਦਾ ਨਾਂ ਹੀ ਨਹੀਂ ਲੈਂਦੇ, ਝੂਠੇ ਨੂੰ ਸੱਚਾ ਕਰ ਦਿੰਦੇ, ਸੱਚੇ ਨੂੰ ਝੂਠਾ ਕਰਕੇ ਘਰ ਨੂੰ ਤੋੜ ਦਿੰਦੇ। ਇਸ ਤਰ੍ਹਾਂ ਵੱਡੇ ਲੈਣ ਵਾਲੇ ਬਣ ਗਏ, ਰਿਸ਼ਵਤਖੋਰੀ ਬਣ ਗਏ ਕਾਜੀ। ਜੱਜ ਜਿਹੜੇ ਉਹ ਰਿਸ਼ਵਤਖੋਰੀ ਬਣ ਗਏ। ਇਹ ਹਾਲਾਤ ਸੀ ਮਹਾਰਾਜ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ ਦੇ। ਉਂਝ ਸਾਰੇ ਸਮਿਆਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਰਹੇ ਆ, ਹੁਣ ਵੀ ਇਸ ਤਰ੍ਹਾਂ ਦੇ ਹਾਲਾਤ, ਪਿਛਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਸੀ। ਕਹਿੰਦੇ ਵੀ ਰਿਸ਼ਵਤਖੋਰੀ ਹੋ ਗਏ, ਵੱਢੀ ਲੈਣ ਵਾਲੇ ਹੋ ਗਏ, ਝੂਠੇ ਨੂੰ ਸੱਚਾ ਕਰ ਦਿੰਦੇ। ਗੁਰਬਾਣੀ 'ਚ ਵੀ ਬਚਨ ਹੈ। ਔਰ ਇੱਕ ਸਾਖੀ ਆਉਂਦੀ ਹੈ, ਕਾਜੀ ਦੇ ਕੋਲੇ ਨਾ ਇੱਕ ਫੈਸਲਾ ਚਲੇ ਗਿਆ। ਜਿਸ ਵੇਲੇ ਫੈਸਲਾ ਚਲੇ ਗਿਆ ਤੇ ਉਹ ਬਲਦ ਆਪਸ ਵਿੱਚ ਭਿੜਦੇ ਹੋਏ ਜਿਹੜੇ ਸੀ ਨਾ, ਇੱਕ ਬਲਦ ਨੇ ਦੂਜੇ ਬਲਦ ਨੂੰ ਮਾਰ ਦਿੱਤਾ। ਤੇ ਜਿਸ ਵੇਲੇ ਗਿਆ ਇਹ ਫੈਸਲਾ, ਤੇ ਜਿਸ ਦਾ ਉਹ ਬਲਦ ਮਾਰਿਆ ਸੀ ਉਹ ਦੂਜੇ ਦੇ ਹੱਕ ਦੇ ਵਿੱਚ ਉਹ ਫੈਸਲਾ ਕਰ ਦਿੱਤਾ। ਐਸਾ ਜ਼ਿਕਰ ਜਿਹੜਾ ਉਹ ਆਇਆ, ਕਾਜੀ ਹੋਏ ਰਿਸ਼ਵਤੇ ਵੱਢੀ ਲੈ ਕੇ ਹੱਕ ਗਵਾਈ। ਤਾਂ ਕਾਜੀ ਦੇ ਬਲਦ ਦੀ ਗੱਲ ਵੀ ਆਉਂਦੀ। ਕਹਿੰਦੇ ਵੀ ਕਾਜੀ ਦਾ ਜਿਹੜਾ ਬਲਦ ਸੀ ਨਾ, ਉਹ ਤੇਲੀ ਦੇ ਬਲਦ ਨੇ ਮਾਰਿਆ। ਤੇ ਉਹਨੇ ਆਖਿਆ ਵੀ ਹੁਣ ਇਹ ਕਾਜੀ ਨੇ ਤੇ ਆਪ ਹੀ ਫੈਸਲਾ ਸੁਣਾਉਣਾ ਹੈ, ਤੇ ਕਾਜੀ ਨੂੰ ਪਹਿਲਾਂ ਜਾ ਕੇ ਪੁੱਛ ਲਈਏ। ਉਹਨੇ ਕਿਹਾ ਕਾਜੀ ਸਾਹਿਬ, ਜੇ ਦੋ ਬਲਦ ਆਪਸ ਵਿੱਚ ਭਿੜਦੇ ਹੋਣ, ਇੱਕ ਬਲਦ ਮਰ ਜਾਵੇ ਭਿੜਦਿਆਂ ਭਿੜਦਿਆਂ, ਤੇ ਉਹਦਾ ਫੈਸਲਾ ਕੀ ਹੈ? ਕਹਿੰਦੇ ਪਸ਼ੂ ਆ, ਕਿਹੜੀ ਗੱਲ ਆ ਪਸ਼ੂਆਂ ਦੀ? ਜੇ ਪਸ਼ੂ, ਉਹਨਾਂ ਨੂੰ ਕਿਹੜੀ ਸਮਝ, ਆਪਸ ਵਿੱਚ ਲੜਦੇ ਭਿੜਦੇ, ਜੇ ਇੱਕ ਪਸ਼ੂ ਨੇ ਦੂਜਾ ਪਸ਼ੂ ਮਾਰ ਦਿੱਤਾ ਤੇ ਉਹਦੇ 'ਚ ਕਾਹਦੀ ਗੱਲ ਵਾ? ਕਹਿਣ ਲੱਗਾ ਵੀ ਇਹ ਫਿਰ ਇਸ ਤਰ੍ਹਾਂ ਹੋਈ ਗੱਲ ਵੀ ਮੇਰੇ ਬਲਦ ਨੇ ਤੁਹਾਡਾ ਬਲਦ ਮਾਰ ਦਿੱਤਾ। ਕਹਿੰਦਾ ਵੀ ਇਹ ਤਾਂ ਫਿਰ ਮੈਨੂੰ ਲਾਲ ਕਿਤਾਬ ਵੇਖਣੀ ਪੈਣੀ, ਅੱਗੇ ਮੈਂ ਉਤਰਾ ਹੀ ਦੱਸਿਆ ਸੀ, ਹੁਣ ਮੈਂ ਲਾਲ ਕਿਤਾਬ ਵੇਖ ਲਵਾਂ। ਕਹਿੰਦੇ ਅੱਛਾ, ਪਹਿਲਾਂ ਤਾਂ ਤੁਸੀਂ ਆਖਿਆ ਸੀ ਵੀ ਪਸ਼ੂ ਆ, ਆਪਸ ਵਿੱਚ ਭਿੜ ਪਏ ਤੇ ਇੱਕ ਮਰ ਗਿਆ, ਤਾਂ ਕਿਹੜੀ ਗੱਲ ਹੋਈ? ਹੁਣ ਤੁਹਾਡਾ ਜੇ ਮਰ ਗਿਆ ਤੇ ਹੁਣ ਲਾਲ ਕਿਤਾਬ ਵੇਖੋਗੇ? ਕਹਿੰਦਾ ਮੈਂ ਵੇਖੀ ਨਹੀਂ ਸੀ, ਲਾਲ ਕਿਤਾਬ ਵੇਖ ਲਵਾਂ। ਅੰਦਰੋਂ ਕਿਤਾਬ ਚੁੱਕ ਲਿਆਇਆ। ਕਹਿੰਦਾ ਵੀ ਇਹਦੇ 'ਚ ਲਿਖਿਆ ਵਾ ਵੀ ਇਹ ਤਾਂ ਤੈਨੂੰ ਡੰਨ ਲੱਗੇਗਾ, ਕਿਉਂਕਿ ਤੂੰ ਤੇਲੀ ਆ ਤੇ ਤੂੰ ਖਲ ਬਹੁਤ ਹੀ ਖਵਾਉਂਦਾ ਰਿਹਾ ਵਾ, ਤੇਲ ਕੱਢਦਾ ਸੀ ਨਾ, ਤੇ ਤੂੰ ਤੇਲ ਲੋਕਾਂ ਦਾ ਕੱਢ ਕੇ ਤੇ ਖਲ ਜਿਹੜੀ ਸੀ ਉਹ ਆਪਣੇ ਬਲਦ ਨੂੰ ਜ਼ਿਆਦਾ ਖਵਾ ਦਿੱਤੀ ਆ।
इस करके तेरा बलद हो गया तगड़ा ते मेरे बलद नूं उहने मार दिता। ते मेरी लाल किताब ये कहती आ, तेली बलद पढ़ाया क्यों? लाल किताब आखे इयों, तेली बलद पढ़ाया क्यों? कि लाल किताब मेरी इस तरह कहती है कि तेली तू अपना बलद मेरे बलद नाल क्यों पढ़ाया, उन्हां दा घोल क्यों कराया? लाल किताब आखे इयों, तेली बलद पढ़ाया क्यों? खल खवाए किया मस्तंड, तू खल खवा के उन्होंने मस्तंडा बना देता, तगड़ा बना देता। इस करके बैल का बैल 30 रुपये दंड, कहता भी बलद का बलद देना पऊ तेनू तो 30 रुपये नाल तेनू होर जुर्माना भी लगूगा। लाल किताब ये कहती है कि इस तरह के फैसले भी, ये तो छोटी जी गल है, बलद की गल है, पर वड्डे वड्डे अन्याय, वड्डे वड्डे जेड़े फैसले से वो झूठे नूं सच्चा कर दिता, सच्चे नूं झूठा कर देंदे हन। जिथे किथे कहते मलेशिया की भाखा चल पई, मलेशिया की बोली चल पई, हर एक पासे फारसी फारसी पढ़ी जाती है। जिवें हुण चार चफेरे अंग्रेजी का बोलबाला है ना, तो अपने बच्चों नूं भी गुरमुखी भुल गई, पंजाबी भुल गई। 8-8 10-10 जमातां पढ़े हुए आ, महारनी सुन के वेख लो, नहीं आउंदी किसे नूं। ऊड़ा एड़ा सुन के वेख लीए, 35 दे अखर, 35 अखर ही नहीं आउंदे, 35 अखर नहीं बहुतियां नूं आउंदे बोलने, ऊड़े तो लैके राड़े तक। नंगा नंगा तो उंज ही भुल गए ना, कहंदे भी ये तो खाली लिखिया हुंदा, कहंदे किताबां विच, खाली स्कूल दे कायदियां विच लिखिया वा, ते पर गुरु ग्रंथ साहिब ने तो इन्हां अखरां नूं भी खाली नहीं छड्डिया। कहंदे नंगा की बोलना, वो तो नंगा खाली लिखिया हुंदा, नंगा खाली लिखिया कहंदे। पर गुरु ग्रंथ साहिब महाराज ने तो नंगे नूं भी खाली नहीं छड्डिया, इहदे द्वारा भी उपदेश दिता, नंगे द्वारा भी उपदेश दिता। ते 35 अखर साडे बच्चों नूं भुल गए, ते माता पिता बड़े खुश। पता क्यों? कहंदे भी वधिया स्कूल च साडे बच्चे पढ़दे आ। दादा दादी भी कहंदे भी साडे पोतरे जिहड़े आ ना, वो अंग्रेजी स्कूल च पढ़दे, अंग्रेजी स्कूल पानी वांगू कहंदे ABC आउंदी आ, बहुत वधिया अंग्रेजी लिख लैंदे आ। पर ऊड़ा एड़ा भी पुछ लईए भी ऊड़ा एड़ा भी आउंदा पानी वांगू कि नहीं? पानियां दी धरती ते आ, पंजाब दी धरती ते आ, पंजाबी आउंदी बच्चिआं नूं कि नहीं आउंदी ना। इस करके साडा भी फर्ज है कि आ हुण रिजल्ट आया सी थोड़े दिन पहलां, ते पंजाब दी धरती ते पंजाबी चों बहुते फेल आए, पंजाबी चों फेल, अंग्रेजी चों पास ते पंजाबी चों फेल। मलेशिया की भाखा, क्योंकि जिहदा राज होवे उहदा सिक्का चलदा, उहदी बोली चलदी है। गुरबाणी च महाराज ने आख्या बोली अवर तुम्हारी, अपनी बोली छड़ दित्ती। इस करके जिथे मर्जी सिख जावे, पंजाबी जावे, पर पंजाबी नहीं भुलनी चाहिए, गुरमुखी नहीं भुलनी चाहिए। जे सानू गुरमुखी भुल गई तो गुरबाणी किवें पढ़ांगे? हाँ, जिन्नियां मर्जी भाषावां दे विच उलथा होवे गुरबाणी दा, वो वखरी गल है, पर गुरमुखी सानू जरूर चेते रखनी चाहिए। उस मौके का जिक्र कहंदे जिथे किथे फारसी भाषा, मलेशिया की भाषा जिहड़ी है वो प्रचलित हो गई। अपना अपना धर्म सारे लोगों ने जिहड़ा वो त्याग दिता। पुन तो हीन हो गए शरीर, पापां नाल तगड़े हो गए, भाव शरीरां च पाप बहुते हो गए। गरीब नूं वेखदे आ ते गरीब दा धन खिच लैंदे आ, खो लैंदे हन। दूसरे दे कारज विच हानि करन वाले हो गए। जिवें कहंदे भी सन वो अपने शरीर नूं नाश करके ते दूसरे नूं दुख देण वाली बनदी है। क्योंकि सन जिहड़ी है ना, सन जदों बीजी जाती है, फिर पानी च डबो के रखी जाती, फिर उहदा छिलका जिहा उपरला लाया जाता, फिर उहदा रस्सा वटिया जाता, अपना शरीर नाश करा के ते दूसरे दे बन्नण दे काम आउंदी है। इस तरीके नाल कहंदे दूजे नूं दुख देण वाले बन गए लोग। किवें दूजे नूं दुख देंदे? पराए दा धन खो लैंदे, चोरी कर लैंदे आ, बेईमानी कर लैंदे, ठगी मार लैंदे। पराए दा धन, पराए तन दी इसे तरह पराई निंदिया करते आ, पर इस्त्रियां दे नाल व्यभिचार करते हन। दिन रात तन मन दे नाल इन्हां वकारां विच
ਪਰਾਏ ਧਨ ਪਰਾਏ ਤਨ ਨੂੰ ਤੱਕਦੇ ਰਹਿੰਦੇ ਹਿੱਤ ਧਾਰਨ ਕੀਤਾ ਹੋਇਆ ਹੈ। ਬਹੁਤੇ ਜਿਹੜੇ ਜੰਗਮ ਵਾ ਇਹ ਇੱਕ ਤਰ੍ਹਾਂ ਦਾ ਮੱਤ ਵਾ, ਸਿਰ ਦੇ ਉੱਤੇ ਮੋਰ ਦੇ ਖੰਭ ਜੇ ਬੰਨੇ ਹੁੰਦੇ ਤੇ ਹੱਥਾਂ 'ਚ ਟੱਲੀਆਂ ਜੀਆਂ ਫੜੀਆਂ ਹੁੰਦੀਆਂ, ਬਾਜ਼ਾਰਾਂ 'ਚ ਵਜਾਉਂਦੇ ਫਿਰਦੇ ਆ। ਜਗ੍ਹਾ ਜਗ੍ਹਾ ਜਾਣ ਵਾਲੇ ਉਹਨਾਂ ਨੂੰ ਜੰਗਮ ਮੱਤ ਆਖਿਆ। ਤਾਂ ਜੰਗਮ ਤੇ ਬਹੁਤੇ ਸਰੇਵੜੇ, ਸਰੇਵੜੇ ਜੈਨੀਆਂ ਦਾ ਨਾਮ ਹੈ। ਇਹ ਸਾਰੇ ਜੋ ਹਨ ਦਿਗੰਬਰ ਜਿਹੜੇ ਨਾਂਗੇ ਸਾਧੂ ਆ, ਦਿਸ਼ਾ ਦੇ ਅੰਬਰ ਬਸਤਰ ਜਿਨ੍ਹਾਂ ਨੇ ਪਹਿਨੇ ਹੋਏ ਆ, ਇਹ ਆਪਸ ਵਿੱਚ ਸਾਰੇ ਝਗੜੇ ਕਰਦੇ। ਜੰਗਮਾਂ ਨਾਲ ਸਰੇਵੜੇ ਲੜਦੇ, ਸਰੇਵੜਿਆਂ ਨਾਲ ਦਿਗੰਬਰ ਲੜਦੇ ਹਨ। ਹਟ ਦਰਸ਼ਨ ਹਰ ਨਾਮ ਬਿਨ, ਛੇਵੇਂ ਜਿਹੜੇ ਭੇਖ ਆ ਨਾ ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋ ਗਏ। ਨਾਮ ਨੂੰ ਭੁਲਾ ਦਿੱਤਾ ਛਿਆਂ ਭੇਖਾਂ ਨੇ। ਹਾਂਜੀ ਹੁੰਦੇ ਆ ਕਹਿੰਦੇ ਵਿਅਰਥੀ ਝਗੜਿਆਂ ਦੇ ਵਿੱਚ ਮਰ ਮਰ ਕੇ ਖੁਆਰ ਹੋ ਰਹੇ ਹਨ ਛੇਵੇਂ ਭੇਖ। ਜੋ ਛੇ ਭੇਖ ਸੀ ਧਰਮ ਦੇ ਉਹ ਆਪਸ ਵਿੱਚ ਮਰ ਮਰ ਕੇ ਖੁਆਰ ਖਰਾਬ ਹੋ ਰਹੇ। ਜੋਗੀਆਂ ਨੇ 12 ਪੰਥ ਬਣਾ ਲਏ, ਆਪਣੇ 12 ਮਾਰਗ ਬਣਾ ਲਏ। ਭਾਉ ਭਗਤੀ ਤੋਂ ਸਖਣੇ ਹੋ ਗਏ, ਪ੍ਰੇਮ ਨਾਲ ਪ੍ਰਭੂ ਦੀ ਭਗਤੀ ਨਹੀਂ ਕਰਦੇ, ਵਾਹਿਗੁਰੂ ਵੱਲੋਂ ਵਿਯੋਗੀ ਹੋ ਗਏ, ਵਿਛੋੜੇ ਵਾਲੇ ਹੋ ਗਏ। ਤੇ ਬ੍ਰਾਹਮਣਾਂ ਨੇ ਗ੍ਰੰਥ ਪੜ੍ਹੇ ਹੋਏ ਸੀ ਵਿਪਰਨਾਮ ਬ੍ਰਾਹਮਣ ਦਾ, ਉਹ ਸ਼ਾਸਤਰਾਂ ਦਾ ਕੁਬਾਦਾ ਖੋਟਾ ਝਗੜਾ ਹੀ ਕਰਦੇ ਰਹਿੰਦੇ ਆਪਸ ਵਿੱਚ। ਉਹ ਚਰਚਾ ਕਰਨ ਦੇ ਵਿੱਚ ਹੀ ਲੱਗੇ ਰਹਿੰਦੇ, ਦੂਸਰੇ ਨੂੰ ਨੀਵਾਂ ਵਿਖਾਉਣ ਦੇ ਵਿੱਚ। ਇਸ ਤਰ੍ਹਾਂ ਦਾ ਕਹਿੰਦੇ ਵੀ ਹਾਲਾਤ ਹੋਇਆ ਸੰਸਾਰ ਦੇ ਉੱਤੇ, ਪਰਸਪਰ ਬਹੁਤੇ ਝਗੜੇ ਵੱਧ ਗਏ। ਇਹ ਕਲਯੁਗ ਦਾ ਪ੍ਰਭਾਵ ਹੈ, ਕਲਯੁਗ ਦਾ ਵਰਤਾਰਾ ਕਿ ਸਾਰੇ ਮਤਾਂ ਮਤੰਤਰਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਆਪੋ ਧਾਪੀ ਪੈ ਗਏ ਤੇ ਆਪਸ ਦੇ ਵਿੱਚ ਬਹੁਤ ਝਗੜਾ ਬਖੇੜਾ ਵੱਧ ਗਿਆ। ਤੇ ਸਿਰ ਮੂੰਹ ਮਨਾ ਕਰਕੇ ਤੇ ਸੰਨਿਆਸੀ ਬਣ ਗਏ। ਪਰ ਭੈੜੀ ਜਿਹੜੀ ਆਸਾ ਹੈ ਉਹ ਹਿਰਦੇ ਦੇ ਵਿੱਚ ਹੈ, ਧਨ ਦੇ ਵਿੱਚ ਤੇ ਇਸਤਰੀ ਦੇ ਵਿੱਚ ਆਸਾ ਲੱਗੀ ਹੋਈ ਹੈ। ਉਂਝ ਸਿਰ ਮੂੰਹ ਮਨਾ ਕੇ ਤੇ ਸੰਨਿਆਸੀ ਬਣੇ ਆ, ਪਰ ਅੰਦਰ ਜਿਹੜਾ ਲਾਲਚ ਧਨ ਦਾ ਵੀ ਹੈ ਤੇ ਇਸਤਰੀ ਦੇ ਸੰਬੰਧ ਦਾ ਵੀ ਹੈ। ਘਰ ਛੱਡ ਕੇ ਅਤੀਤ ਹੋ ਗਏ ਤੇ ਆਪਣੇ ਆਪ ਨੂੰ ਬੈਰਾਗੀ ਕਹਾ ਰਹੇ ਹਨ। ਪਰ ਗ੍ਰਸਤੀਆਂ ਨਾਲੋਂ ਵੀ ਕਹਿੰਦੇ ਵੱਧ ਜਿਹੜੀ ਹੈ ਨਾ ਉਹ ਮਨ ਵਿੱਚ ਅੱਗ ਲੱਗੀ ਹੋਈ ਹੈ, ਪਦਾਰਥਾਂ ਦੀ, ਵਕਾਰਾਂ ਦੀ। ਗ੍ਰਸਤੀਆਂ ਨਾਲੋਂ ਵੱਧ ਮਨ ਨੂੰ ਦੌਂ ਅਗਨੀ ਲੱਗੀ ਹੋਈ ਹੈ, ਮਨ ਦੇ ਵਿੱਚ ਅੱਗ ਮੱਚਦੀ ਹੈ, ਤ੍ਰਿਸ਼ਨਾ ਦੀ ਅੱਗ ਮੱਚਦੀ ਹੈ। ਉਂਝ ਆਪਣੇ ਆਪ ਨੂੰ ਬੈਰਾਗੀ ਕਹਾ ਰਹੇ, ਇਸ ਤਰ੍ਹਾਂ ਦੀ ਹਾਲਤ ਹੋਈ। ਪੰਡਤ ਵਿਦਵਾਨ ਜਿਹੜੇ ਉਹ ਤਾਂ ਪਹਿਰੇਦਾਰ ਸੀ, ਪਰ ਕਹਿੰਦੇ ਉਹੀ ਸਤੇਈ ਚੋਰੀ ਕਰਨ ਲੱਗ ਪਏ, ਪਹਿਰੇਦਾਰ ਹੀ ਚੋਰੀ ਕਰਨ ਲੱਗ ਪਏ। ਤੇ ਜਦੋਂ ਪਹਿਰੇਦਾਰ ਚੋਰੀ ਕਰਨ ਲੱਗ ਪਵੇ ਤੇ ਘਰ ਦੀ ਰਾਖੀ ਕੌਣ ਕਰੇਗਾ? ਹੋਰ ਕਿਸੇ ਦੇ ਤੋਂ ਫਿਰ ਆਸ ਹੀ ਨਹੀਂ ਰੱਖੀ ਜਾ ਸਕਦੀ। ਸਮਾਂ ਦਾ ਇਸ ਤਰ੍ਹਾਂ ਦਾ ਬਣ ਗਿਆ ਕਲਯੁਗ ਦਾ ਵੀ ਜਿਨ੍ਹਾਂ ਨੇ ਰਾਖੀ ਕਰਨੀ ਸੀ, ਜਿਹੜੇ ਬਰਛੇ ਲੈ ਕੇ ਖਲੋਤੇ ਸੀ ਪਹਿਰੇਦਾਰ ਬਣ ਕੇ, ਉਹ ਆਪ ਹੀ ਚੋਰੀਆਂ ਕਰਨ ਲੱਗ ਪਏ। ਤੇ ਰਾਜੇ ਜਿਹੜੇ ਸੀ ਇਹ ਪ੍ਰਜਾ ਦੀ ਪਾਲਣਾ ਕਰਨ ਵਾਲੇ, ਪ੍ਰਜਾ ਦੀ ਵਾੜ ਸੀ। ਰਾਜੇ ਨੂੰ ਗ੍ਰੰਥਾਂ ਵਿੱਚ ਪਿਤਾ ਵੀ ਆਖਿਆ ਸਾਧ ਸੰਗਤ ਜੀ, ਵੀ ਪ੍ਰਜਾ ਦਾ ਪਾਲਕ ਵਾ, ਪ੍ਰਜਾ ਨੂੰ ਪਾਲਣ ਵਾਲਾ ਤੇ ਪ੍ਰਜਾ ਦੀ ਰਾਖੀ ਕਰਨ ਵਾਲਾ, ਦੇਸ਼ ਦੀ ਰਾਖੀ ਕਰਨ ਵਾਲਾ। ਵਾੜ ਦੀ ਨਿਆਈ ਹੈ ਰਾਜਾ। ਪਰ ਰਾਜਿਆਂ ਦੀ ਐਸੀ ਖੋਟੀ ਢਾਲ ਬਣ ਗਈ, ਐਸੀ ਖੋਟੀ ਚਾਲ ਬਣ ਗਈ, ਉਹ ਪ੍ਰਜਾ ਰੂਪੀ ਖੇਤ ਨੂੰ ਵਾੜ ਹੀ ਖਾਣ ਲੱਗ ਪਈ। ਰਾਜੇ ਨੇ ਪ੍ਰਜਾ ਦੀ ਰਾਖੀ ਕਰਨੀ ਸੀ, ਉਲਟੀ ਵਾੜ ਹੀ ਜਿਹੜੀ ਉਹ ਖੇਤ ਨੂੰ ਖਾਣ ਲੱਗ ਪਈ। ਰਾਜੇ ਹੀ ਪ੍ਰਜਾ ਨੂੰ ਤੰਗ ਕਰਨ ਲੱਗ ਪਏ। ਇਸ ਤਰ੍ਹਾਂ ਇਹ ਜਿੰਨੇ ਪਾਪਾਂ ਦਾ ਪਿੱਛੇ ਜ਼ਿਕਰ ਕੀਤਾ ਹੈ ਨਾ, ਇਹਨਾਂ ਪਾਪਾਂ ਕਰਕੇ ਧਰਤੀ ਉੱਤੇ ਬਹੁਤ ਜ਼ਿਆਦਾ ਬੋਝ ਪੈ ਗਿਆ, ਬਹੁਤ ਭਾਰ ਪੈ ਗਿਆ ਤੇ ਧਰਮ ਧੀਰਜ ਨਹੀਂ ਕਰ ਰਿਹਾ ਹੈ। ਧਰਤੀ ਡਾਵਾਂਡੋਲ ਹੋ ਰਹੀ ਹੈ ਪਾਪ ਦੇ ਬੋਝ ਨਾਲ। ਭਾਉ ਭਗਤੀ ਸੰਸਾਰ ਵਿੱਚ ਰਹਿ ਨਾ ਗਈ, ਭੈ ਭੀਤ ਹੋ ਗਈ, ਡਰਦੇ ਸਹਿਤ ਹੋ ਗਈ, ਵਿਆਕੁਲ ਹੋ ਗਈ, ਦੁਖੀ ਹੋ ਗਈ ਧਰਤੀ। ਤੇ ਪਰਮੇਸ਼ਰ ਅੱਗੇ ਬੇਨਤੀਆਂ ਕਰਨ ਲੱਗੀ ਕਿ ਹੇ ਵਾਹਿਗੁਰੂ, ਮੇਰੇ ਤੇ ਪਾਪ ਦਾ ਵਰਤਾਰਾ ਬਹੁਤਾ ਵੱਧ ਗਿਆ, ਆਪ ਕਿਰਪਾ ਕਰੋ। ਹੁਣ
ये मेरे तो पापां दा बोझ लाओ, मैनू हौला करो। ये सारे वरतारे का जिक्र भाई गुरदास साहब जी ने अपनियां वारां विच इस तरह कीता। साध संगत जी वो कहिंदे कल आए कुत्ते मोहे, कल आए कुत्ते मोहे, काज हुआ मुर्दार गुसाई, काज हुआ मुर्दार गुसाई, राजे पाप कमावदे, उल्टे वाड़ खेत का खाए, प्रजा अंधी ज्ञान बेन, कूड़ को सत मुखों आलाए, ज्ञान बेन कूड़ को सत मुखों आलाए। इस तरह की हालत हो गई ते अखीर ते जा करके उन्होंने आख्या भी वरत्या पाप सब सजग माही, सारे जग दे विच पाप दा वरतारा वरत गया। ते सारी सृष्टि फिर बेनतियां करन लगी भी जगत जलंदा रख लै अपनी कृपा धार, जित दुआरे उबरै तितै लैहो उबार। सारी सृष्टि तरले पाउन लगी भी हे वाहिगुरु ने पाप दा वरतारा दूर कर। सब सृष्ट सेवे दिन रात जियो, सब सृष्ट सेवे दिन रात जियो, दे कन सुनहु अरदास जियो, दे कन सुनहु अरदास जियो, ये किवें फिर अरदास होई ओदा जिक्र कल दे दीवान विच आवेगा। सृष्टि ते जदों पाप दा वरतारा वरतिया वाहिगुरु दे चरनां विच आप मुहारे बेनतियां होईयां सारियां हिरदियां दे विचों, धर्मी हिरदियां दे विचों, सारी सृष्टि विचों। ते फिर सच्चे सुनिया कन दे, धीरक देवै सहज सुभाए। ते फिर संसार दा भाल लाउण वास्ते आप नारायण फिर जिवें कला धार के धन श्री गुरु नानक साहिब महाराज जी आउंदे हन। ये साध संगत जी भाई बाला जी सारा इतिहास सुना रहे हैं, धन श्री गुरु अंगद देव साहिब महाराज जी सुन रहे ते लिखवा रहे हैं। गुरु जी के इतिहास की विचार सांझी करदियां होईयां भुल्लां चुक्कां दी सतगुरु जी गुर संगत जी खिमा देनी। देहो सज्जण असीस अड़ियां ज्यों होवै साहिब स्यों मेल। वाहिगुरु 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 वाहिगुरु, हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार, अंधकूप महाभयान नानक पारे उतार। आए प्रभ शरणागति कृपा निध दयाल, एक अखर हर मन बसत नानक होत निहाल। कथा निता प्रत होत है सुनहो सिंह सुजान, नानक गुर गोबिंद सिंह जी सदा करे। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।